ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਨੇ ਜੋ ਮਾਨਵਤਾ ਦੇ ਭਲੇ ਲਈ ਰੱਬੀ ਬਾਣੀ ਦਾ ਖਜ਼ਾਨਾ ਬਖਸ਼ਿਸ਼ ਕੀਤਾ ਹੈ, ਉਸ ਪਾਵਨ ਖਜ਼ਾਨੇ ਵਿੱਚੋਂ ਇੱਕ ਬਚਨ ਅੱਜ ਦਾਸ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹੈ। ਪਾਵਨ ਉਪਦੇਸ਼ ਹੈ, ਕਬੀਰ ਗੁਰ ਲਾਗਾ ਤਬ ਜਾਨੀਐ, ਮਿਟੈ ਮੋਹ ਤਨ ਤਾਪ, ਹਰਖ ਸੋਗ ਜਾਜੈ ਨਹੀਂ, ਤਬ ਹਰ ਆਪੈ ਆਪ। ਹਰ ਇੱਕ ਚੀਜ਼ ਜਦੋਂ ਕਿਸੇ ਦਾ ਕੋਈ ਅਸਰ ਕਬੂਲ ਕਰਦੀ ਹੈ ਤਾਂ ਉਹਦੀ ਜੀਵਨ ਸ਼ੈਲੀ ਤੇ ਉਹਦਾ ਅਸਰ ਹੁੰਦਾ ਹੈ। ਕੋਈ ਚੀਜ਼ ਭਾਵੇਂ ਦੋ ਚੀਜ਼ਾਂ ਮਿਲ ਜਾਣ, ਉਹਦੇ ਵਿੱਚ ਤਬਦੀਲੀ ਆ ਜਾਏਗੀ। ਆਮ ਜ਼ਿੰਦਗੀ ਵਿੱਚ ਨਹੀਂ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਮਨੁੱਖ ਗੁਰੂ ਨਾਲ ਮਿਲ ਕੇ ਉਹਦੇ ਵਿੱਚ ਕੀ ਤਬਦੀਲੀ ਆਉਂਦੀ ਹੈ। ਕਹਿਣ ਨੂੰ ਜ਼ਬਾਨੋਂ ਤੇ ਮੈਂ ਵੀ ਕਹਿ ਸਕਦਾ, ਸਾਰੇ ਆਪਾਂ ਸ਼ਬਦ ਵਰਤ ਲੈਂਦੇ ਹਾਂ ਵੀ ਮੈਂ ਗੁਰੂ ਨਾਲ ਜੁੜਿਆ ਹੋਇਆ, ਪਰ ਜੁੜੇ ਹੋਏ ਮਨੁੱਖ ਦੀਆਂ ਕੁਝ ਨਿਸ਼ਾਨੀਆਂ ਨੇ। ਉਹ ਨਿਸ਼ਾਨੀਆਂ ਤੋਂ ਪਰਖ ਹੋ ਜਾਂਦੀ ਹੈ ਵੀ ਕਿਹੜਾ ਮਨੁੱਖ ਗੁਰੂ ਨਾਲ ਅਸਲ ਵਿੱਚ ਜੁੜਿਆ ਹੋਇਆ ਹੈ। ਇਹ ਗੱਲ ਚੇਤਾ ਰੱਖਿਓ, ਤਬਦੀਲੀ ਦੋ ਤਰ੍ਹਾਂ ਦੀ ਹੁੰਦੀ, ਇੱਕ ਬਾਹਰੀ, ਇੱਕ ਅੰਦਰੂਨੀ। ਬਾਹਰੀ ਤਬਦੀਲੀ ਮਨੁੱਖ ਬੜੀ ਸੌਖੀ ਜੀ ਕਰ ਲੈਂਦਾ ਹੈ। ਬਾਹਰੀ ਤਬਦੀਲੀ ਕਰਨੀ ਕੋਈ ਬਹੁਤੀ ਔਖੀ ਨਹੀਂ, ਪਰ ਅੰਦਰੋਂ ਜੀਵਨ ਨੂੰ ਬਦਲਾਉਣਾ ਇਹ ਬਹੁਤ ਵਿਖਮ ਹੈ। ਇਹ ਤੇ ਗੁਰੂ ਦੀ ਮਿਹਰ ਨਾਲ, ਗੁਰੂ ਦੀ ਕਿਰਪਾ ਨਾਲ ਹੀ ਹੋ ਸਕਦਾ ਹੈ। ਕਬੀਰ ਸਾਹਿਬ ਨੇ ਕੁਝ ਅੰਦਰੂਨੀ ਤਬਦੀਲੀਆਂ ਦਾ ਜ਼ਿਕਰ ਕੀਤਾ ਹੈ। ਮਨੁੱਖ ਦੇ ਅੰਦਰ ਕੁਝ ਤਬਦੀਲੀ ਆਉਂਦੀ ਹੈ ਜਦੋਂ ਇਹ ਗੁਰੂ ਨਾਲ ਜੁੜਦਾ ਹੈ, ਗੁਰੂ ਦੇ ਦਰ ਨਾਲ ਆਪਣੇ ਰਿਸ਼ਤੇ ਨੂੰ ਕਾਇਮ ਕਰਦਾ ਹੈ। ਸ਼ਲੋਕ ਮੈਂ ਇੱਕ ਵਾਰੀ ਫਿਰ ਪੜ੍ਹਾਂ। ਕਬੀਰ ਗੁਰ ਲਾਗਾ ਤਬ ਜਾਨੀਐ, ਗੁਰੂ ਨਾਲ ਜੁੜਿਆ ਮਨੁੱਖ ਤੇ ਤਦ ਹੀ ਜਾਣਿਆ ਜਾ ਸਕਦਾ ਹੈ ਜੇ ਉਹਦੇ ਜੀਵਨ ਵਿੱਚ ਇਹ ਤਬਦੀਲੀ ਆਵੇ। ਮਿਟੈ ਮੋਹ ਤਨ ਤਾਪ, ਉਹਦੇ ਜੀਵਨ ਵਿੱਚੋਂ ਮੋਹ ਮਿਟ ਜਾਏ। ਇੱਕ ਇੱਕ ਗੱਲ ਨੂੰ ਆਪਾਂ ਵਿਚਾਰਦੇ ਚੱਲਾਂਗੇ। ਯਾਦ ਰੱਖਿਓ, ਰੱਬ ਨੇ ਬੜੀ ਕਿਰਪਾ ਕੀਤੀ ਹੈ। ਹੁਣ ਰੱਬ ਹਰ ਰੋਜ਼ ਇੱਕ ਗੱਲ ਸਮਝਾਵੇ ਵੀ ਇਹ ਤੇਰੇ ਬੱਚੇ ਨੇ, ਤੂੰ ਇਹਨਾਂ ਨੂੰ ਪਾਲਣਾ ਹੈ, ਇਹ ਤੇਰੀ ਜ਼ਿੰਮੇਵਾਰੀ ਹੈ। ਰੋਜ਼ ਗੱਲ ਸਮਝਾਵੇ ਤੇ ਬੰਦਾ ਤੇ ਰੋਜ਼ ਹੀ ਭੁੱਲ ਜਾਇਆ ਕਰੇਗਾ। ਰੱਬ ਨੇ ਕੈਸੀ ਕਮਾਲ ਵਰਤਾਈ, ਮਾਂ ਬਾਪ ਦੇ ਅੰਦਰ ਇੱਕ ਮਮਤਾ ਰੱਖ ਦਿੱਤੀ, ਇੱਕ ਮੋਹ ਰੱਖ ਦਿੱਤਾ। ਹੁਣ ਬੰਦੇ ਨੂੰ ਇਹ ਸਮਝਾਉਣ ਦੀ ਲੋੜ ਨਹੀਂ ਪਈ, ਉਹ ਮੋਹ ਮਮਤਾ ਦੇ ਅਧੀਨ ਆਪਣੇ ਆਪ ਹੀ ਆਪਣੇ ਬੱਚਿਆਂ ਦੀ ਪ੍ਰਤਿਪਾਲਣਾ ਕਰਦਾ ਹੈ। ਹਰ ਮਾਂ ਬਾਪ ਨੂੰ ਤੁਸੀਂ ਚਿੰਤਤ ਦੇਖੋਗੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ। ਰੱਬ ਨੇ ਇੱਕੋ ਵਾਰੀ ਸਿਸਟਮ ਫਿੱਟ ਕਰ ਦਿੱਤਾ। ਉਹ ਜਿਹੜਾ ਮੋਹ ਸਾਨੂੰ ਖਿੱਚ ਕੇ ਰੱਖਦਾ ਹੈ, ਜਿਹੜਾ ਮੋਹ ਸਾਨੂੰ ਕਈ ਵਾਰੀ ਠੋਕਰਾਂ ਵੀ ਮਾਰਨ ਦੇ ਬਾਵਜੂਦ ਇੱਕ ਰਿਸ਼ਤਾ ਬਣਾਈ ਰੱਖਦਾ ਹੈ, ਉਹ ਕੀ ਹੈ? ਉਹ ਮੋਹ ਹੀ ਹੈ। ਹੁਣ ਜਿਹੜਾ ਬੰਦਾ ਗੁਰੂ ਕੋਲ ਆ ਕੇ ਸਮਝਦਾ ਹੈ, ਸਭ ਤੋਂ ਪਹਿਲਾਂ ਉਹ ਮੋਹ ਨੂੰ ਸਮਝਦਾ ਹੈ। ਮੋਹ ਕੀ ਚੀਜ਼ ਹੈ? ਮੋਹ ਹੈ ਵੀ ਮੈਨੂੰ ਰੱਬ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹ ਮੈਂ ਇਮਾਨਦਾਰੀ ਨਾਲ ਨਿਭਾਉਣੀ ਹੈ। ਮੈਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਹੈ, ਮੈਂ ਆਪਣੇ ਬੱਚਿਆਂ ਨੂੰ ਬੁਰੀ ਸੰਗਤ ਤੋਂ ਬਚਾਉਣਾ ਹੈ, ਮੈਂ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਿਆਲ ਰੱਖਣਾ ਹੈ। ਜਿਹੜੀ ਇੱਕ ਬਾਪ ਦੀ ਜਾਂ ਮਾਂ ਦੀ ਜ਼ਿੰਮੇਵਾਰੀ ਹੈ ਉਹਨੂੰ ਪੂਰਨ ਤੌਰ 'ਤੇ ਨਿਭਾਉਣਾ ਹੈ। ਇਹ ਮੇਰੀ ਜ਼ਿੰਮੇਵਾਰੀ ਹੈ। ਤੇ ਜਦੋਂ ਮਨੁੱਖ ਇਸ ਜ਼ਿੰਮੇਵਾਰੀ ਨੂੰ ਪਿਆਰ ਨਾਲ ਨਿਭਾਉਂਦਾ ਹੈ ਤਾਂ ਚੇਤਾ ਰੱਖਿਓ, ਉਦੋਂ ਉਹਦੇ ਜੀਵਨ ਵਿੱਚ ਮੋਹ ਜਿਹੜਾ ਨਾ ਉਹ ਇੱਕ ਚੰਗਾ ਗੁਣ ਬਣ ਜਾਂਦਾ ਹੈ। ਸਤਿਗੁਰੂ ਦੀ ਬਾਣੀ ਵਿੱਚੋਂ ਤੁਸੀਂ ਸ਼ਬਦ ਪੜ੍ਹਦੇ ਹੋ ਬਹੁਤ ਵਾਰੀ, ਕੁਰਬਾਨ ਕੀਤਾ ਤਿਸੈ ਵਿਟੋ,
मैं रब तो कुर्बान जाना है, छड़ के जाना रब्बा तेरे तो। जिन मोह मीठा लाया, जिन्हें मोह एडा मिठा करके ला दिता, साडे जीवन विचों वो निकल नहीं सकता। मैं बलिहारी है रब्बा तेरे तो। एक चिड़ी ने की लैना अपने धियां पुत्तां कोलों, उन्हें तो कोई कमाई नहीं ना खानी, पर एक चिड़ी नूं भी देखोगे वो अपने लिए दाने चौके लियाउंदी है, पर अपने तो भी पहला अपने बच्चों दे लिया के मुख च पाउंदी है। किन्ने कुदरत दे असूल ने। पशुआं नूं देखो, पंछियां नूं देखो, वो मावां वो अपने बच्चों नूं किवें पालदियां ने। फिर जदों संसार का वरतारा देखीदा उदों कहण नूं जी करदा, कुर्बान कीता तिसे बिटो जिन मोह मीठा लाया। मनुख समझ लैंदा गुरु कोल आके। हुण जिन्हें जिम्मेवारी नूं नहीं निभाया चंगी तरह, ममता नूं नहीं समझिया, मोह नूं नहीं समझिया। एक शब्द मैं पहला आनंद साहब की बाणी च होर कहण लगा ताकि गल पकड़ विच आ जाए। आ किड्डा वड्डा सबक है, सिख रोज़ पढ़दा है। नितनेम की बाणी सिर्फ इसे लिए हुंदी है रोज़, भी जिवें असीं अपने घर च झाड़ू दिंदे हैं, अपने कपड़े बदलते हैं, गंद कोई पाउंदा नहीं है, पै जांदा है। इवें साडे विचारां विच मलीनता आ जाती है, असीं लिआउंदे नहीं, आ जाती है, सुभाविक है ये। ते उहनूं रोज़ साफ करना गुरु जी का एक बचन पढ़िओ जी। ए मन प्यारिया तू सदा सच संभाले। ओ मना तू तो बहुत प्यारा है, तू सदा सच का पल्ला पकड़िया कर। ए मन प्यारिया तू सदा सच संभाले, एक कुटुंब तू जे देखदा। जेड़ा कुटुंब तू देखदा, देखदा मतलब जिहदी जिम्मेवारी तू निभाउंदा है, जिहदी सेवा संभाल तू करदा है। परिवार तो होर भी बहुत है ना, पर उसकी जिम्मेवारी नहीं ना आपां निभाउंदे। उस परिवार की मैं तेरे नाल गल करन लगा है जिन्हों तू देखदा है। मैं एक बार फिर बेनती करा, बहुत बारी ये अर्ज करना है, मान लो कोई समान रख के गया भी आ मेरा समान जरा देखियो। देखण का मतलब ये नहीं हुंदा भी उहदे ते नज़र टिकाउणी, देखण का मतलब है जी संभाल करियो। यही कुटुंब तू जे देखदा, चले नहीं तेरे नाले, साथ तेरे चले नहीं, तिस नाल क्यों चित लाइए। हुण चित लाउण दा इह तां नहीं ना अर्थ भी पे धीआं पुत्तां नूं प्यार ना करिए, नहीं, अगली पंक्ति च अर्थ है इहदा, तिस नाल क्यों चित लाइए। ऐसा काम मूले ना कीचै, परिवार के पिछे लग के इहो जिहा काम ना कर बैठी, जित अंत पछोताई है, जिहदे नाल तेरी झोली विच पछतावा पै जाए, फिर तड़पदा रहेगा। तेरे नाल तेरे दुख नूं वंडाउण वाला कोई भी नहीं होवेगा। वो पछतावे दे दुख नूं वंडाउण वाला कोई भी नहीं होवेगा। एक कुटुंब तू जे देखदा, चले नाही तेरे नाले, साथ तेरे चले नाही, जिस नाल क्यों चित लाइए। ऐसा काम मूले ना कीचै, जित अंत पछोताइए। सतगुरु का उपदेश सुन तू, होवे तेरे नाले, कहे नानक मन प्यारे। तू सदा सच संभाले, तू सदैव सच ते पहरा दे के अपने परिवार की जिम्मेवारी निभा। यह है मोह तो मुक्त होना। हुण जेड़े मोह दे विच फस जांदे ने, सतगुरु फिर कहंदे ने मोह चिक्कड़ बन जाता है। हुण चिक्कड़ विच तीन वड्डियां कमजोरियां ने, चिक्कड़ दियां तीन बहुत वड्डियां कमजोरियां ने। पहली गल यह है, चिक्कड़ विचों जदों बंदा निकलण की कोशिश करता है, जिन्नी कोशिश करेगा चिक्कड़ विचों उन्ना धसदा चला जाएगा। जिन्नी हिलजुल करेगा उहदे निकलण विचों उन्नी ही ये अगे अगे विच धसदा चला जाएगा। दूजी गल, दूजी चिक्कड़ की यह बड़ी वड्डी मजबूरी है, भाई जदों चिक्कड़ विचों जे किसी ने पैर बाहर रख भी लिया ना, तो याद रखियो लोग अक्सर ये गल कह दिया करते हैं, भाई अज स्लिपरी है, अज चिक्कड़ है, तो पैर ध्यान ना धरियो तिलक जाओगे। चिक्कड़ कई बारी सालों की कीती हुई मेहनत नूं
ਇੱਕ ਵਾਰੀ ਪੈਰ ਤਿਲਕਿਆ ਤੇ ਉੱਥੇ ਫੇਰ ਆ ਗਿਆ, ਉਹਨੂੰ ਬੇਕਾਰ ਕਰ ਦਿੰਦਾ ਹੈ। ਪਹਿਲੀ ਗੱਲ, ਚਿੱਕੜ ਵਿੱਚ ਜਦੋਂ ਹਿਲਜੁਲ ਕਰ ਦੋਗੇ ਡੁੱਬਦੇ ਚਲੇ ਜਾਓਗੇ। ਦੂਜੀ ਗੱਲ ਇਹ ਹੈ, ਚਿੱਕੜ ਵਿੱਚੋਂ ਜਦੋਂ ਪੈਰ ਰੱਖੋਗੇ ਤੇ ਉਦੋਂ ਕੀ ਉਹ ਪੈਰ ਤਿਲਕ ਕੇ ਫਿਰ ਵਾਪਸ ਆ ਜਾਂਦਾ ਹੈ। ਤੀਜੀ ਗੱਲ, ਚਿੱਕੜ ਦਾਗ ਲਾ ਦਿੰਦਾ ਹੈ। ਚਿੱਕੜ ਵਿੱਚੋਂ ਆਇਆ ਬੰਦਾ, ਅਕਸਰ ਆਪਾਂ ਬਾਹਰ ਖਲੋ ਜਾਂਦੇ ਵੀ ਮੇਰੇ ਹੱਥ ਪੈਰ ਲਿਪੜੇ ਹੋਏ ਨੇ ਮਿੱਟੀ ਨਾਲ, ਸਾਫ਼ ਕਰਕੇ ਆਓ ਅੰਦਰ। ਉਹ ਅੰਦਰ ਥਾਂ ਨਹੀਂ ਬਣਨ ਦਿੰਦਾ। ਸਾਹਿਬ ਦਾ ਪਾਵਨ ਵਚਨ ਹੈ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾਂ ਦਾਗ, ਦਾਗ ਦੋਸ਼ ਮੋਹ ਚੱਲਿਆ ਲਾਏ, ਦਰ ਗਏ ਬੈਸਣ ਨਾਹੀ ਜਾਏ, ਕਰਮ ਮਿਲੇ ਆਖਣ ਤੇਰਾ ਨਾਉ, ਜਿੱਤ ਲੱਗ ਤਰਨਾ ਹੋਰ ਨਹੀਂ ਥਾਉ। ਸਤਿਗੁਰੂ ਮੈਂ ਮੋਹ ਨੂੰ ਕਿਵੇਂ ਵਸ ਵਿੱਚ ਕਰਾਂ? ਹਜ਼ੂਰ ਕਹਿੰਦੇ ਮੋਹ ਭਰਿਆ ਜਦੋਂ ਗੁਰੂ ਦੀ ਕਲਾ ਵਰਤਦੀ ਹੈ ਨਾ, ਉਦੋਂ ਮੋਹ ਜਿਹੜਾ ਹੈ ਉਹ ਪ੍ਰੇਮ ਬਣ ਜਾਂਦਾ ਹੈ। ਮੋਹ ਬਦਲ ਕੇ ਪ੍ਰੇਮ ਬਣ ਜਾਂਦਾ ਹੈ। ਮੋਹ ਦਾ ਅਰਥ ਹੁੰਦਾ ਸਭ ਕੁਝ ਮੇਰਾ, ਪ੍ਰੇਮ ਦਾ ਅਰਥ ਹੁੰਦਾ ਸਭ ਕੁਝ ਤੇਰਾ। ਫਿਰ ਮੇਰਾ ਨਹੀਂ ਹੁੰਦਾ। ਇੱਕ ਨਿੱਕਾ ਜਿਹਾ ਦ੍ਰਿਸ਼ਟਾਂਤ ਦੇ ਕੇ ਮੈਂ ਅੱਗੇ ਤੁਰ ਜਾਣਾ ਹੈ। ਸੂਰਜ ਛਿਪਣ ਲੱਗਾ ਹੈ, ਥੋੜਾ ਜਿਹਾ ਵਕਤ ਰਹਿ ਗਿਆ। ਜੰਗ ਦੇ ਮੈਦਾਨ ਵਿੱਚ ਆਪਣੇ ਛੋਟੇ ਪੁੱਤ ਨੂੰ ਥਾਪੜਾ ਦੇ ਕੇ ਤੋਰ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ। ਪਤਾ ਹੈ ਵੀ ਇਸ ਤੋਂ ਬਾਅਦ ਜੱਥਾ ਕੋਈ ਨਹੀਂ ਜਾਣਾ। ਛੋਟਾ ਪੁੱਤ ਬਾਬਾ ਜੁਝਾਰ ਸਿੰਘ ਜੀ, ਜਦੋਂ ਉਹ ਸ਼ਹੀਦ ਹੋ ਗਿਆ, ਸਾਰੇ ਗੁਰੂ ਕੇ ਸਿੱਖਾਂ ਦੀਆਂ 11 ਸਿੱਖ ਨੇ ਉਸ ਵੇਲੇ ਉਹਦੇ ਕੋਲ, ਸਤਿਗੁਰੂ ਕੋਲ। ਉਹਨਾਂ ਦੀਆਂ ਅੱਖਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਚਿਹਰੇ ਵੱਲ ਜਾਂਦੀਆਂ ਨੇ। ਸ਼ਾਇਦ ਇਹਦੀ ਅੱਖ ਤੋਂ ਅਸੀਂ ਕਦੇ ਅੱਥਰੂ ਡੁੱਲਦਾ ਨਹੀਂ ਵੇਖਿਆ। ਆਪਣੇ ਪੁੱਤ ਨੂੰ ਇਵੇਂ ਤੁੰਬਾ ਹੋਇਆ ਵੇਖ ਕੇ ਸ਼ਾਇਦ ਇਹਦੀ ਅੱਖ ਵਿੱਚੋਂ ਅੱਥਰੂ ਆ ਜਾਏ। ਪੁੱਤ, ਤੇਰੀ ਮੇਰੀ ਦੂਰੀ ਕੋਈ ਬਹੁਤੀ ਨਹੀਂ ਹੈ। ਮੈਂ ਗੜੀ ਦੇ ਅੰਦਰ ਬੈਠਾ, ਤੂੰ ਗੜੀ ਦੇ ਬਾਹਰ ਸ਼ਹੀਦ ਹੋਇਆ। ਦੂਰੀ ਭਾਵੇਂ ਬਹੁਤੀ ਨਹੀਂ ਹੈ, ਪਰ ਫਿਰ ਵੀ ਮਜਬੂਰੀ ਹੈ। ਮੈਂ ਤੇਰੇ ਤੇ ਅੱਜ ਕੋਈ ਕਫਨ ਵੀ ਨਹੀਂ ਪਾ ਸਕਦਾ। ਮੈਂ ਤੈਨੂੰ ਚੁੱਕ ਕੇ ਆਪਣੇ ਸੀਨੇ ਵੀ ਨਹੀਂ ਲਾ ਸਕਦਾ। ਅਡੋਲ ਬੈਠਾ ਹੈ। ਸਿੱਖ ਵੇਖਦੇ ਨੇ ਸ਼ਾਇਦ ਮਨ ਵਿੱਚ ਕੋਈ ਇਹੋ ਜਿਹਾ ਫੁਰਨਾ ਆਵੇ। ਨਹੀਂ, ਸਤਿਗੁਰੂ ਦੇ ਹੱਥ ਜੁੜ ਗਏ, ਅੱਖਾਂ ਬੰਦ ਕਰ ਲਈਆਂ, ਸਾਈਂ ਦੇ ਪਿਆਰ ਵਿੱਚ ਡੁੱਬ ਗਏ, ਮਾਲਕ ਦੇ ਪਿਆਰ ਵਿੱਚ ਡੁੱਬ ਗਏ। ਉਸ ਵੇਲੇ ਜਿਵੇਂ ਦਾ ਸ਼ੁਕਰ ਕੀਤਾ, ਉਹਨੂੰ ਸੋਹਣ ਸਿੰਘ ਸੀਤਲ ਨੇ ਬੜਾ ਪਿਆਰਾ ਲਿਖਿਆ। ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ। ਹੱਥ ਬੰਨ ਬੋਲੇ ਸਤਿਗੁਰੂ ਵਾ ਭਾਣਾ ਤੇਰਾ, तेरा तुझको सौंपते क्या लागे मेरा, मेरा पंथ बसै हम उजड़ा मन चौक नेरा। याद रखियो, पुराने समय तो लेके अज तक किसी ने जेलों विच, किसी ने थाणियां विच, किसी ने राही बाटी, किसी ने घल्लूघारियां विच बहुत तसीहे झले। पढ़दियां अखां जवाब दे जांदियां ने, इदों अगले अखर नहीं पढ़े जाने। धीरज डावाडोल हो जाता है। उन्हां ਸਿੰਘਾਂ ਸਿੰਘਣੀਆਂ ਦੀਆਂ कथावां पढ़दियां जिन्हां अत दे तसीहे झले। मैं समझना धन गुरु गोबिंद सिंह सच्चे पातशाह
ਇਹ ਤੇਰੇ ਪੁੱਤ ਵਾਰਨ ਦੀ ਹੀ ਕਲਾ ਸੀ, ਜਿਹੜੇ ਮੋਹ ਮਮਤਾ ਤੋਂ ਉੱਚੇ ਉੱਠ ਕੇ ਸਿਦਕੋਂ ਕਦੇ ਵੀ ਨਹੀਂ ਡੋਲੇ, ਸਿਦਕਨ ਪਾ ਗਏ। ਕਬੀਰ ਗੁਰ ਲਾਗਾ ਤਬ ਜਾਨੀਐ ਮਿਟੇ ਮੋਹ। ਮੋਹ ਸਿਖਾਉਂਦਾ ਦੂਜਿਆਂ ਦੇ ਹੱਥਾਂ ਦੀ ਰੋਟੀ ਖੋ ਕੇ ਆਪਣੇ ਬੱਚਿਆਂ ਨੂੰ ਕਿਵੇਂ ਖਵਾਉਣੀ ਹੈ, ਪਰ ਪ੍ਰੇਮ ਸਿਖਾਉਂਦਾ ਹੈ ਆਪਣੇ ਬੱਚਿਆਂ ਦੀ ਰੋਟੀ ਵੀ ਸੰਕੋਚ ਕੇ ਦੂਜਿਆਂ ਦੇ ਹੱਥ ਤੇ ਕਿਵੇਂ ਰੱਖਣੀ ਹੈ। ਇਹ ਪ੍ਰੇਮ ਸਿਖਾਏਗਾ। ਗੁਰੂ ਨਾਲ ਜੁੜੇ ਮਨੁੱਖ ਦੀ ਨਿਸ਼ਾਨੀ ਹੈ ਉਹ ਮੋਹ ਨਹੀਂ ਆਉਣ ਦਿੰਦਾ। ਤਨ ਤਾਪ ਅਗਲੀ ਤਬਦੀਲੀ ਹੈ। ਜਿਹੜਾ ਗੁਰੂ ਨਾਲ ਜੁੜਿਆ ਮਨੁੱਖ, ਉਹਦੇ ਜੀਵਨ ਵਿੱਚ ਅਗਲੀ ਤਬਦੀਲੀ ਹੈ ਤਨ ਤਾਪ। ਜਿੰਨੇ ਤਨ ਦੇ ਕੜਾ ਕਲੇਸ਼ ਨੇ ਉਹ ਸਾਰੇ ਮਿਟ ਜਾਂਦੇ ਨੇ। ਇੱਕ ਸੁਖਮਨੀ ਸਾਹਿਬ ਦਾ ਬਚਨ ਪੜ੍ਹਿਓ ਜੀ ਧਿਆਨ ਨਾਲ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਾਂ, ਬਹੁਤਾਤ ਵਾਰੀ ਸਾਡੇ ਮਨਾਂ 'ਚ ਨਾ ਝਟਪਟ ਦੀ ਇੱਕ ਮਨੁੱਖ ਦੀ ਆਦਤ ਹੈ, ਹਰੇਕ ਚੀਜ਼ ਝਟਪਟ ਕਰਨੀ ਚਾਹੁੰਦਾ ਹੈ। ਆ ਦੇਖੋ ਤੁਸੀਂ, ਜਿਹੜਾ ਹੁਣ ਫੂਡ ਸਾਨੂੰ ਮਿਲਦਾ ਹੈ ਡਰਾਈਵ ਥਰੂ, ਉਹ ਅਸੀਂ ਝੱਟ ਖਰੀਦਣ ਨੂੰ ਤਿਆਰ ਹੈ। ਕਿੰਨੇ ਲੋਕ ਨੇ ਜਿਹੜੇ ਇੱਥੇ ਇਸ ਪਾਸੇ ਝੁਕਾ ਹੈ, ਕਿਉਂਕਿ ਫਟਾਫਟ ਬਣਿਆ ਬਣਾਇਆ ਮਿਲ ਜਾਂਦਾ ਹੈ। ਹਰ ਇੱਕ ਆਦਤ ਹੈ ਮਨੁੱਖ ਨੂੰ। ਕਰਾਮਾਤ ਵੀ ਇਸੇ ਲਈ ਵਿਸ਼ਵਾਸ ਕਰਦੇ ਵੀ ਹੌਲੀ ਹੌਲੀ ਕੁਦਰਤ ਦੇ ਪ੍ਰੋਸੈਸ ਨਾਲ ਕੋਈ ਗੱਲ ਉਹ ਮੈਨੂੰ ਪ੍ਰਭਾਵਿਤ ਨਹੀਂ ਕਰਦੀ, ਪਰ ਝਟਪਟ ਮੈਂ ਅਰਦਾਸ ਕੀਤੀ ਉਹ ਦਰਾ ਹੋ ਗਿਆ, ਉਹਦੇ 'ਚ ਬਹੁਤ ਪ੍ਰਭਾਵਿਤ ਹੈ। ਹਰੇਕ ਗੱਲ ਹੈ ਜਿਹੜੀ ਮੈਂ ਗੱਲ ਕਹਿਣ ਲੱਗਾ ਸਾਂ, ਬੜੀ ਤਵੱਜੋ ਦੇ ਕੇ ਸੁਣਿਓ। ਇਸੇ ਤਰ੍ਹਾਂ ਮਨੁੱਖ ਇੱਕ ਚਾਹਤ ਰੱਖਦਾ ਵੀ ਮੈਂ 10 ਵਾਰੀ ਵਾਹਿਗੁਰੂ ਕਿਹਾ ਤੇ 11ਵੀਂ ਵਾਰੀ ਤਬਦੀਲੀ ਆ ਜਾਏ। ਨਹੀਂ ਜੀ, ਆਹ ਸ਼ਬਦ ਇੱਕ ਵਾਰੀ ਮੈਂ ਫਿਰ ਤੁਹਾਡੇ ਧਿਆਨ ਵਿੱਚ ਰੱਖਣਾ ਚਾਹੁੰਦਾ ਹਾਂ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਜੋ ਨਾਮ ਦਾ ਸੁਭਾਅ ਹੈ ਆਪਣਾ, ਉਹ ਮਨੁੱਖ ਦਾ ਸੁਭਾਅ ਬਣ ਜਾਏਗਾ। ਹੁਣੇ ਸ਼ਬਦ ਸਰਵਣ ਕਰ ਰਹੇ ਸੀ, ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇ ਗਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਵਾਹਿਗੁਰੂ ਕਿਹਾ ਆਪਣੀ ਜ਼ੁਬਾਨੋਂ, ਜਿਨ੍ਹਾਂ ਨੇ ਰੱਬੀ ਇਬਾਦਤ ਵਿੱਚ ਆਪਣੀ ਜ਼ਿੰਦਗੀ ਦਾ ਸਮਾਂ ਗੁਜ਼ਾਰਿਆ, ਉਹਨਾਂ ਨਾਮ ਦਾ ਜੋ ਸੁਭਾਅ ਹੈ ਉਹ ਮਨੁੱਖ ਦਾ ਸੁਭਾਅ ਬਣਾ ਦਿੰਦਾ ਹੈ। ਹੁਣ ਨਾਮ ਦਾ ਸੁਭਾਅ ਸੀਤਲ ਹੈ ਤੇ ਮਨੁੱਖ ਦੇ ਜੀਵਨ ਵਿੱਚ ਵੀ ਸੀਤਲਤਾ ਆ ਜਾਏਗੀ। ਯਾਦ ਰੱਖਿਓ ਜੀ। ਤਪਤ ਮੈਂ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਪਾਈ। ਜੇ ਮਨੁੱਖ ਨਾਮ ਜਪਦਾ ਹੈ ਤੇ ਉਹਦੇ ਜੀਵਨ ਵਿੱਚ ਕ੍ਰੋਧ ਦੀ ਅੱਗ, ਉਹਦੇ ਜੀਵਨ ਵਿੱਚ ਤ੍ਰਿਸ਼ਨਾ ਦੀ ਅੱਗ, ਉਹਦੇ ਜੀਵਨ ਵਿੱਚ ਈਰਖਾ ਦੀ ਅੱਗ ਨਹੀਂ ਆਵੇਗੀ। ਹੁਣ ਕੱਲੀ ਕੱਲੀ ਚੀਜ਼ ਨੂੰ ਤੁਸੀਂ ਪੜ੍ਹ ਕੇ ਦੇਖ ਲਓ। ਕ੍ਰੋਧ ਕਦੋਂ ਮਿਟਦਾ ਹੈ? ਜਦੋਂ ਗੁਰੂ ਕਿਰਪਾ ਕਰਦਾ, ਬਖਸ਼ਿਸ਼ ਕਰਦਾ, ਗੁਰੂ ਸਮਝਾਉਂਦਾ ਹੈ, ਭਲਿਆ ਆਪਣੇ ਜੀਵਨ ਅੰਦਰ ਝਾਤ ਮਾਰ ਕੇ ਦੇਖ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਈ, ਦੇਗੀ ਰੋਗ ਨਾ ਲੱਗਈ, ਮਿਟੇ ਮੋਹ ਤਨ ਤਾਪ। ਦੇਗੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਰੱਬ ਉਸੇ ਮਨੁੱਖ ਦੀ ਝੋਲੀ ਵਿੱਚ ਸਭ ਕੁਝ ਪਾਉਂਦਾ ਹੈ ਜਿਹੜੇ ਮਨੁੱਖ ਦੇ ਜੀਵਨ ਵਿੱਚ ਕ੍ਰੋਧ ਨਹੀਂ ਹੁੰਦਾ। ਮਿਟੇ ਮੋਹ ਤਨ ਤਾਪ, ਉਹਦੇ ਜੀਵਨ ਵਿੱਚੋਂ ਕਲਾ ਕਲੇਸ਼ ਮਿਟ ਜਾਂਦੇ ਨੇ, ਉਹਦੇ ਜੀਵਨ ਵਿੱਚ ਸਹਿਜਤਾ ਆ ਜਾਂਦੀ ਹੈ। ਇਹ ਨਾਮ ਦਾ ਸੁਭਾਅ ਹੈ, ਉਹ ਮਨੁੱਖ ਦਾ ਸੁਭਾਅ ਇਵੇਂ ਬਦਲ ਦਿੰਦਾ ਹੈ। ਛੋਟੀ ਜੀ ਅਰਜ਼ ਕਰਦੇ ਹਾਂ, ਮੈਂ ਹਰ ਵਾਰੀ ਬੇਨਤੀ ਕਰਨਾ ਹੈ, ਜਦੋਂ ਵੀ ਕਦੇ ਮੁਸੀਬਤ ਬਣਦੀ ਹੈ ਨਾ, ਅਸੀਂ ਤਾਂ ਬਹੁਤ ਨਿੱਕੀ ਜਿਹੀ ਗੱਲ ਤੋਂ ਡੋਲ ਜਾਂਦੇ ਹਾਂ।
ਜਦੋਂ ਕਦੇ ਕੋਈ ਮੁਸੀਬਤ ਬਣਦੀ ਹੈ ਨਾ, ਇਹ ਗੁਰੂ ਨੇ ਸ਼ਬਦ ਕੇਵਲ ਲਿਖੇ ਹੀ ਨਹੀਂ, ਇਹਨਾਂ ਦਾ ਪ੍ਰੈਕਟੀਕਲ ਵੀ ਆਪਣੇ ਜੀਵਨ 'ਚ ਕਰਕੇ ਦਿਖਾਇਆ। ਆ ਦੇਖਿਓ ਜੀ, ਹੁਣ ਝਾਤ ਮਾਰ ਕੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਜੀਵਨ ਆਪਣੇ ਅੰਦਰ ਝਾਤ ਮਾਰੀਏ। ਆਪਾਂ ਨਿੱਕੀ ਜਿਹੀ ਗੱਲ ਤੋਂ ਡੋਲ ਜਾਂਦੇ ਹਾਂ, ਉਦੋਂ ਗੁਰੂਆਂ ਦਾ ਜੀਵਨ ਪੜ੍ਹਿਆ ਹੋਇਆ ਅੱਖਾਂ ਦੇ ਸਾਹਮਣੇ ਰੱਖਿਆ ਕਰੀਏ। ਮਨਾ ਤੈਨੂੰ ਇੰਨੀਆਂ ਤੇ ਮੁਸੀਬਤਾਂ ਨਹੀਂ ਨਾ ਜੇ ਹੈਗੀਆਂ। ਵੇਖ, ਗੁਰੂ ਅਰਜਨ ਪਾਤਸ਼ਾਹ ਦਾ ਜੀਵਨ, ਇੱਕੋ ਇੱਕ ਪੁੱਤ ਹੈ, ਉਹਨੂੰ ਆਪਣਾ ਹੀ ਵੱਡਾ ਭਰਾ ਤੁਲਿਆ ਹੋਇਆ ਵੀ ਮੈਨੂੰ ਕਿਸੇ ਤਰੀਕੇ ਜ਼ਹਿਰ ਦੇ ਕੇ ਮਾਰ ਦਿਆਂ, ਖਤਮ ਕਰ ਦਿਆਂ। ਦਿਨ ਰਾਤ ਉਹਦੀ ਸੋਚ ਹੈ, ਇੱਕੋ ਇੱਕ ਪੁੱਤ ਹੈ। ਦੂਜੀ ਗੱਲ, ਮਸੰਦ ਬਾਗੀ ਹੋ ਗਏ। ਤੀਜੀ ਗੱਲ, ਕੀਰਤਨੀਆਂ ਦਾ ਰੋਸਾ, ਕੀਰਤਨੀਆਂ ਦੇ ਮਨਾਂ ਵਿੱਚ ਵੀ ਰੋਸ ਹੈ। ਚੌਥੀ ਗੱਲ, ਛੁੱਟ ਹੀ ਖਾਂ ਵੈਰੀ ਬਣਿਆ ਬੈਠਾ ਹੈ। ਪੰਜਵੀਂ ਗੱਲ, ਗੁਰੂ ਪਾਤਸ਼ਾਹ ਨੇ ਹੁਕਮ ਕੀਤੇ ਹੋਏ ਵੀ ਇਹ ਅਸਥਾਨ ਬਣਾਉਣੇ ਨੇ। ਦਰਬਾਰ ਸਾਹਿਬ ਵੀ ਬਣ ਰਿਹਾ ਹੈ, ਤਰਨਤਾਰਨ ਸਾਹਿਬ ਵੀ ਬਣ ਰਿਹਾ, ਅਸਥਾਨ ਵੀ ਬਣਾ ਰਹੇ ਨੇ। ਵਕਤ ਦਾ ਹਾਕਮ ਉਹ ਕਹਿ ਰਿਹਾ ਵੀ ਇਹ ਝੂਠ ਦੀ ਦੁਕਾਨ ਹੈ, ਮੈਨੂੰ ਬੰਦ ਕਰਨਾ ਹੈ। ਉਸ ਵੇਲੇ ਜਿਹੜੇ ਧਰਮ ਦਾ ਬਹੁਤ ਜ਼ੋਰ ਹੈ ਉਹ ਹੈ ਸਖੀ ਸਰਵਰੀਏ। ਉਹ ਸਾਰੇ ਸੋਚਦੇ ਨੇ ਭਈ ਇਹ ਸਿੱਖੀ ਦੀ ਆਵਾਜ਼ ਅਸੀਂ ਬੰਦ ਕਰਨੀ, ਕਿਉਂਕਿ ਇਹਦੇ 'ਚ ਮੁਸਲਮਾਨ ਬਹੁਤੇ ਆ ਰਹੇ ਨੇ। ਕੋਈ ਜ਼ਿੰਦਗੀ ਦਾ ਕੋਣਾ ਦੱਸੋ ਗੁਰੂ ਅਰਜਨ ਪਾਤਸ਼ਾਹ ਜੀ ਦਾ, ਜਿਹੜੇ ਕੋਣੇ ਵਿੱਚੋਂ ਤੁਹਾਨੂੰ ਮੁਸੀਬਤ ਨਾ ਨਜ਼ਰ ਆਉਂਦੀ ਹੋਵੇ। ਤੇ ਜਦੋਂ ਸਰੀਰਕ ਤੌਰ ਤੇ ਚੋਲਾ ਛੱਡਣ ਦੀ ਗੱਲ ਆਈ, ਤੇ ਸਾਡੇ ਵਾਂਗੂ ਉਹਨਾਂ ਨੇ ਚੋਲਾ ਜਿਹੜਾ ਬਹੁਤ ਸੁਖਦਾਇਕ ਬਿਸਤਰ ਤੇ ਨਹੀਂ ਛੱਡਿਆ। ਉਹਨਾਂ ਨੇ ਚੋਲਾ ਜਦੋਂ ਛੱਡਣ ਦੀ ਗੱਲ ਆਈ, ਤੱਤੀ ਤਵੀ ਤੇ ਬੈਠੇ ਨੇ। ਜਿਹਦੇ ਸੰਗਤਾਂ ਦਰਸ਼ਨ ਕਰ ਕਰਕੇ ਕਹਿੰਦੀਆਂ ਨੇ, ਗੁਰੂ ਅਰਜਨ ਪਾਤਸ਼ਾਹ ਦੇ ਸੰਗਤਾਂ ਦਰਸ਼ਨ ਕਰਕੇ ਕਹਿੰਦੀਆਂ ਨੇ, ਪ੍ਰਤੱਖ ਹਿਰਦੈ ਗੁਰੂ ਅਰਜਨ ਕਹਿ ਘਰ ਪੂਰਨ ਬ੍ਰਹਮ ਨਿਵਾਸ ਲਿਓ। ਅੱਜ ਉਹਦੇ ਸੀਸ ਤੇ ਚੌਰ ਨਹੀਂ ਹੋ ਰਿਹਾ, ਉਹਦੇ ਸੀਸ ਤੇ ਗਰਮ ਰੇਤ ਪੈ ਰਿਹਾ ਹੈ। ਜਿਹਦੇ ਥੱਲੇ ਤੱਤੀ ਤਵੀ ਹੋਵੇ, ਸੀਸ ਤੇ ਰੇਤ ਪੈਂਦਾ ਹੋਵੇ, ਹਰ ਬੰਦਾ ਕੌੜੇ ਬਚਨ ਬੋਲਦਾ ਹੋਵੇ, ਸਮੁੱਚੀ ਜ਼ਿੰਦਗੀ ਤੱਤੀ ਤਵੀ ਤੇ ਲੰਘ ਗਈ ਹੋਵੇ, ਤੇ ਉਹਦੇ ਮੁਖ ਤੋਂ ਬਚਨ ਕੀ ਨਿਕਲ ਰਹੇ ਨੇ। ਦੁਨੀਆ ਭਰ ਦੇ ਵਿੱਚ ਕੋਈ ਐਸੀ ਮਿਸਾਲ ਨਹੀਂ ਮਿਲਦੀ, ਉਹ ਫਿਰ ਵੀ ਕਹਿ ਰਿਹਾ ਹੋਵੇ ਤੇਰਾ ਕੀਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਕੇਵਲ ਗੁਰੂ ਅਰਜਨ ਪਾਤਸ਼ਾਹ ਦੇ ਪੁਰਬ ਤੇ ਹੀ ਅਸੀਂ ਛਬੀਲ ਕਿਉਂ ਲਾਉਂਦੇ ਹਾਂ? ਪੁਰਬ ਤਾਂ ਹੋਰ ਵੀ ਬਥੇਰੇ ਹੁੰਦੇ ਨੇ, ਗਰਮੀ ਦੇ ਵੀ ਨੇ, ਸਰਦੀ ਵੀ ਦੇ ਵੀ ਨੇ, ਪਰ ਇਸ ਤੇ ਛਬੀਲ ਤਾਂ ਲਾਉਂਦੇ ਆ। ਉਹ ਦੁਨੀਆਦਾਰੋ, ਜਿਸ ਦਿਨ ਤੁਸੀਂ ਮੇਰੇ ਗੁਰੂ ਨੂੰ ਤਪਾਉਣ ਦੀ ਕੋਸ਼ਿਸ਼ ਕੀਤੀ ਸੀ ਨਾ, ਗੁਰੂ ਨੇ ਉਸ ਦਿਨ ਵੀ ਸੰਸਾਰ ਨੂੰ ਠੰਡੀਆਂ ਮਿੱਠੀਆਂ ਅਸੀਸਾਂ ਦੇ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੇਰੇ ਗੁਰੂ ਨੂੰ ਤਪਾਉਣ ਵਾਲਿਓ, ਮੈਂ ਆਓ ਅੱਜ ਵੀ ਤੁਹਾਨੂੰ ਠੰਡਾ ਪਾਣੀ ਪਿਲਾ ਕੇ ਗੱਲ ਦੱਸਣੀ ਚਾਹੁੰਦਾ। ਸਾਨੂੰ ਭਾਣਾ ਮਿੱਠਾ ਕਰਕੇ ਮੰਨਣ ਦੀ ਜਾਚ ਸਿਖਾਈ ਸੀ ਗੁਰੂ ਨੇ। ਮਿਟੈ ਮੋਹ ਤਨ ਤਾਪ, ਮਨਾ ਤੇਰੇ ਨਾਲ ਕਿੰਨੀ ਕੁ ਵਧੀਕੀ ਹੁੰਦੀ ਜਿਹੜਾ ਤੂੰ ਕਲਪ ਜਾਣਾ ਹੈ। ਗੁਰੂ ਨਾਲ ਜੁੜੇ ਮਨੁੱਖ ਦੀ ਇਹ ਨਿਸ਼ਾਨੀ ਹੈ। ਕੱਲੀ ਕਥਾ ਕਰਕੇ ਸਿੱਖ ਨਹੀਂ ਬਣਿਆ ਜਾਣਾ, ਆਪਣੇ ਅੰਦਰ ਨੂੰ ਤਬਦੀਲ ਕਰ ਮਨਾ। ਮਿਟੈ ਮੋਹ ਤਨ ਤਾਪ, ਤਨ ਦੇ ਕਲਾ ਕਲੇਸ਼ ਹੀ ਮਿਟ ਜਾਂਦੇ ਨੇ ਉਸ ਮਨੁੱਖ ਦੀ ਜ਼ਿੰਦਗੀ ਵਿੱਚੋਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਹਨੂੰ ਜ਼ਰਾ ਨਮਸਕਾਰ ਕਰਦਾ ਹੋਵੇ ਉਹਨੂੰ ਕਾਜੀ ਲੱਤ ਮਾਰ ਦੇਵੇ, ਪਰ ਗੁਰੂ ਨਾਨਕ ਸਾਹਿਬ ਨੂੰ ਲੱਤ ਨਾ ਮਾਰਨ। ਗੁਰੂ ਨਾਨਕ ਸਾਹਿਬ ਨੂੰ ਕਹਿਣਾ ਮੈਂ ਤੈਨੂੰ ਖੁਦਾ ਦਿਖਾਵਾਂ। ਕੋਈ ਦੇਖੋ ਤਾਂ ਸਹੀ ਦੁਨੀਆ 'ਚ ਇਹੋ ਜਿਹਾ ਪੈਗੰਬਰ ਜਿਹੜਾ ਲੱਤ ਮਾਰਨ ਵਾਲਿਆਂ ਨੂੰ ਰੱਬ ਦਿਖਾ ਦੇਵੇ। ਕੋਈ ਬੰਦਗੀ ਕਰਨ ਵਾਲਿਆਂ ਨੂੰ, ਕੋਈ ਸਿਮਰਨ ਕਰਨ ਵਾਲਿਆਂ ਨੂੰ ਰੱਬ ਦਿਖਾਵੇ ਤੇ ਗੱਲ ਵੱਖਰੀ ਹੈ।
कोई लत्ता मारन वालियां नूं रब दिखावे इहो जिहा गुरु नानक वर्गा पैगंबर किहदे कोल हो सकदा है? सिखा तू जुड़ के जा देख गुरु नाल। मिटे मोह तन ताप, हरख सोग दाजै नहीं। दाजै मतलब साड़ना, असर पाउणा। हरख दा अर्थ हुंदा खुशी, सोग दा अर्थ तुसीं समझदे हो उदासी, दुख सुख कह लीए। हुण मनुख जिहड़ा गुरु नाल नहीं ना जुड़िया, ਉਹਦੇ ਕੋਲ खुशी भी नहीं संभाल होंदी, ਉਹ खुशी च भी डावाडोल हो जाता है। ਜਿਹੜਾ गुरु नाल नहीं जुड़िया ਉਹਦੇ ਕੋਲ दुख विच भी अडोलता नहीं रख होंदी, ਉਹ ਦੋਵੇਂ ਥਾਵਾਂ ਤੇ ਡੋਲ ਜਾਂਦਾ है। गुरु साहब का एक वचन है बड़ा प्यारा। हजूर कहते दसो मनुख दा की करिए, जब किश पावै तब गर्व करत है। जे मैनू कुछ दे दिया चार चीज़ां तो उदा हंकारी हो जाता भी तुहाडे कोल की है, मैनू जानदे हो मैं कौन, तो उदा नहीं ये अपनी जिंदगी की चाल ठीक रख पाउंदा। जे मैं ये को लै ला भी चलो ये चीज़ां इनू दुखी लग गई करने, ये को खो ना ये बिजनेस घाटा पै जाए, कुछ इहो जिहा कारण बन जाए। माँ अपने बच्चे को चाकू इसलिए नहीं खोंदी भी वो दुखी हो जाए, माँ इसे भावना नाल चाकू खोंदी है भी ये सुखी हो जाए। जदों किसी का कारोबार डावाडोल हुंदा, कई कुछ वापरदा है, तो यदा मतलब ये नहीं हुंदा भी गुरु तुहाडे नाल नाराज है, तुहाडे कोलों खोना चाहुंदा नहीं। वो देखना चाहुंदा भी शायद मैं करदल इहदे कोलों पकड़ ला, चाकू इहदे कोल पकड़ना शायद बच ही जाए। पर साहब कहते दोनों गल्लां च राजी नहीं हुंदा। जब किश पावे तब गर्व करता है, माया गई तब रोबन लगता है। जदों कुछ चला जाता कोल नूं फिर हूं नहीं रोंदा, चलिया जाता। दोनों गल्लां च सुखी नहीं रह पाउंदा। गुरु नाल जुड़े मनुख की यह निशानी है, जे उन्हें खुशी मिल जाए, सुख मिल जाए, वो तद भी गुरु को आ जाता है। गुरु को आके हाथ जोड़ के बेनती करता है, मालिक जी तू समरथ अकथ अगोचर, जियो पिंड तेरी रास, रहम तेरी सुख पाया। तेरी रहम हुई है, तेरी मेहर हुई है, तेरी तां सुख मिले है। सदा नानक की अरदास मेरी ते सदैव काल, वाहिगुरू जी सदा सुख मैनू तेरे कोलों मिलता है, ते मेरी तो इको ही अरदास है तेरे चरणों विच, तू मैनू अपनी नज़र विच रख। आम मनुख नूं खुशी भी मनाउणी नहीं आउंदी, आम मनुख नूं दुख भी मनाउणा नहीं आउंदा, सोग भी मनाउणा नहीं आउंदा। धन ने वो लोग, मैं बहुत बारी बेनती करना है, अखंड कीर्तनी जथे डेक सिंह सन, वो परिक्रमा विच ही विचरते सन बहुता। शायद आपको पता हो 1-1:30 बजे रात को दरबार साहब की सेवा होंदी है, वो सिंह उस वेले चले जाते हैं, 12, 12:30, 1 के नेड़े पहुँच जाते हैं। दरबार साहब की सेवा करनी, अंदरों मुड़ सिमरन करना, रब की याद में जुड़ना, बाणी पढ़नी, सवेर होनी ते अपने अपने घरां नूं तुर जाना। 2 बेटे ने सिंह दे, दोवें बहुत वधिया कीर्तन करते हैं, जवान ने, रैन सबाई कीर्तन करके आउंदियां पाना वरत गया, दोनों का एक्सीडेंट हो गया। नवीन युग की गल है, दोनों का एक्सीडेंट हो गया। घरे सुनेहा आया, उस वेले हाथ जोड़ के कहन लगे, सिंघो अज मेरी परख का समा गया, मेरे कोल कोई अफसोस ना करियो। कहंदे किहो जी गल करदे हो? कहंदे हाँ कोई अफसोस ना करियो। कहंदे क्यों?
ਕਹਿੰਦੇ ਸ਼ੁਕਰ ਕਰਿਓ ਰੱਬ ਨੇ ਇੰਨਾ ਸਮਾਂ ਮੈਨੂੰ ਤੋਂ ਖਿਡੌਣੇ ਖੇਡਣ ਦੀ ਦਿੱਤੇ ਸਨ। ਅੱਜ ਮੈਂ ਉਹਨੂੰ ਉਸੇ ਤਰ੍ਹਾਂ ਮੋੜਨਾ ਚਾਹੁੰਦਾ ਜਿਸ ਤਰ੍ਹਾਂ ਉਹਨੇ ਮੈਨੂੰ ਬਖਸ਼ਿਸ਼ ਕੀਤੇ ਸਨ। ਮੈਂ ਉਦੋਂ ਖੁਸ਼ ਹੋਇਆ ਸਾਂ। ਹਰਖ ਸੋਗ ਦਾਜੈ ਨਹੀਂ। ਉਹ ਮਨੁੱਖ ਦੇ ਉੱਤੇ ਕਦੇ ਹਰਖ ਤੇ ਸੋਗ ਦਾ ਅਸਰ ਨਹੀਂ ਹੁੰਦਾ। ਆਤਮਿਕ ਅਡੋਲਤਾ ਬਣਦੀ ਹੈ। ਜਿਹੜਾ ਕੋਈ ਜਿੰਨਾ ਨਾਮ ਦੇ ਨੇੜੇ ਹੋਵੇਗਾ, ਜਿੰਨਾ ਰੱਬ ਦੇ ਨੇੜੇ ਹੋਵੇਗਾ, ਓਨੀ ਉਹਦੀ ਬਿਰਤੀ ਸ਼ੁਕਰ ਦੀ ਹੋਵੇਗੀ ਤੇ ਜੀਵਨ ਵਿੱਚ ਅਡੋਲਤਾ ਹੋਵੇਗੀ। ਮਿਟੈ ਮੋਹ ਤਨ ਤਾਪ, ਹਰਖ ਸੋਗ ਦਾਜੈ ਨਹੀਂ, ਤਬ ਹਰ ਆਪੈ ਆਪ। ਜਦੋਂ ਮਨੁੱਖ ਇਸ ਅਵਸਥਾ ਵਿੱਚ ਪਹੁੰਚਦਾ ਹੈ, ਫਿਰ ਉਹਨੂੰ ਲੱਗਦਾ ਹੈ ਤਬ ਹਰ ਆਪੇ ਆਪ ਵੀ ਮੈਂ ਜਿੱਧਰ ਵੀ ਝਾਤ ਮਾਰ ਰਿਹਾ ਮੈਨੂੰ ਰੱਬ ਹੀ ਦਿਸਦਾ ਹੈ। ਫਿਰ ਤਾਂ ਭਾਈ ਵੀਰ ਸਿੰਘ ਵਾਂਗੂ ਇਉਂ ਲੱਗਦਾ ਜਿਵੇਂ ਵਗਦਾ ਪਾਣੀ ਵੀ ਰੱਬ ਦੀਆਂ ਗੱਲਾਂ ਕਰਦਾ ਹੋਵੇ। ਝੂਲਦੀ ਹਵਾ ਵੀ ਰੱਬ ਦੇ ਗੁਣ ਗਾਉਂਦੀ ਹੋਵੇ। ਦਰਖਤਾਂ ਦੇ ਫੁੱਲ ਵੀ ਰੱਬ ਦੀ ਆਰਤੀ ਕਰਦੇ ਹੋਣ। ਫਿਰ ਉਹਨੂੰ ਰੱਬ ਹੀ ਲੱਗਦਾ ਸਾਰੇ ਪਾਸੇ। ਉਹਨੂੰ ਦੂਜਾ ਵੈਰੀ ਬੇਗਾਨਾ ਮਿਟੀ ਜਾਂਦਾ ਹੈ। ਤਬ ਹਰ ਆਪੇ ਆਪ, ਉਹਨੂੰ ਹਰ ਥਾਂ ਤੇ ਰੱਬ ਹੀ ਰੱਬ ਦਿਸਦਾ ਹੈ, ਕੋਈ ਦੂਜਾ ਨਜ਼ਰ ਨਹੀਂ ਆਉਂਦਾ। ਬਹੁਤ ਕੀਮਤੀ ਪੁਸ਼ਾਕ ਇੱਕ ਮਾਤਾ ਲੈ ਕੇ ਆਈ। ਬੜਾ ਪਿਆਰ ਸੀ ਉਹਨੂੰ ਗੁਰੂ ਨਾਲ। ਸੋਨੇ ਦੀਆਂ ਤਾਰਾਂ ਨਾਲ ਕੱਢਿਆ ਹੋਇਆ ਝੋਲਾ ਬੜਾ ਹੀ ਕੀਮਤੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭੇਟਾ ਕੀਤਾ। ਸਤਿਗੁਰੂ ਨੇ ਉਹ ਝੋਲਾ ਚੁੱਕਿਆ, ਆਪਣੇ ਬਹੁਤ ਪਿਆਰੇ ਸਿੱਖ ਭਾਈ ਨੰਦ ਲਾਲ ਸਿੰਘ ਨੂੰ ਦੇ ਦਿੱਤਾ। ਕਹਿਣ ਲੱਗੇ ਤੁਸੀਂ ਬਹੁਤ ਵਿਦਵਾਨ ਹੋ, ਪਰ ਕਦੇ ਖਿਆਲ ਹੀ ਨਹੀਂ ਕਰਦੇ, ਸਾਦੇ ਜਿਹੇ ਕੱਪੜੇ ਪਾ ਕੇ, ਸਾਦੀ ਜਿਹੀ ਪੁਸ਼ਾਕ ਪਾ ਕੇ ਦਰਬਾਰ ਆ ਜਾਂਦੇ ਹੋ। ਆਹ ਪੁਸ਼ਾਕ ਲਵੋ, ਇਹ ਤੁਸੀਂ ਪਾ ਕੇ ਆਇਆ ਕਰਨੀ ਹੈ। ਕਹਿਣ ਲੱਗੇ ਠੀਕ ਹੈ। ਦੂਜੇ ਤੀਜੇ ਦਿਨ ਭਾਈ ਨੰਦ ਲਾਲ ਸਿੰਘ ਨੂੰ ਫਿਰ ਬੈਠਿਆਂ ਵੇਖਿਆ ਤੇ ਫਿਰ ਉਹੀ ਸਾਦਾ ਜਿਹਾ ਚੋਲਾ ਤੇ ਦਾਲ ਨਾਲ, ਕਦੇ ਆਟੇ ਨਾਲ ਲਿਬੜਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਿਆਰ ਨਾਲ ਪੁੱਛਣ ਲੱਗੇ, ਨੰਦ ਲਾਲ ਸਿੰਘ ਤੈਨੂੰ ਚੋਲਾ ਦਿੱਤਾ ਸੀ ਬਈ ਏਡਾ ਕੀਮਤੀ ਸੋਨੇ ਦੀਆਂ ਤਾਰਾਂ ਵਾਲਾ, ਉਹ ਕਿੱਥੇ ਗਿਆ? ਕਦੇ ਤੇਰੇ ਪਹਿਨਿਆਂ ਨਹੀਂ ਦੇਖਿਆ। ਭਾਈ ਨੰਦ ਲਾਲ ਸਿੰਘ ਖੜਖੜਾ ਕੇ ਹੱਸ ਪਏ, ਕਹਿੰਦੇ ਵਾਹ ਇਹਦਾ ਤੇ ਆ, ਇੱਥੇ ਦੇ ਦੇਣਾ ਤੇ ਬਾਹਰ ਜਾ ਕੇ ਮੰਗ ਲੈਣਾ। ਸਿੰਘ ਕਹਿਣ ਲੱਗੇ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਗੁਰੂ ਕਦੇ ਮੰਗਦਾ? ਕਹਿਣ ਲੱਗੇ ਪਾਤਸ਼ਾਹ ਤੁਸੀਂ ਤਾਂ ਇੱਥੋਂ ਚੋਲਾ ਦੇ ਕੇ ਭੇਜਿਆ, ਮੈਂ ਤਾਂ ਇੱਕ ਵਾਰੀ ਵੀ ਨਾ ਪਹਿਨਿਆ ਤੇ ਮੈਨੂੰ ਬਾਹਰ ਜਾ ਕੇ ਇੱਕ ਮੰਗਤਾ ਕਹਿੰਦਾ ਵੀ ਇਹ ਚੋਲਾ ਮੈਨੂੰ ਦੇ ਦੇ, ਤੇ ਮੈਨੂੰ ਤਾਂ ਗੁਰੂ ਗੋਬਿੰਦ ਸਿੰਘ ਹੀ ਲੱਗਿਆ ਭਈ ਉਹੀ ਉਹ ਮੰਗਦਾ। ਰਹਿ ਰਸ ਪੜਨ ਵਾਲਿਓ, ਇਹ ਪੰਕਤੀ ਦੇ ਕੋਲ ਦੀ ਲੰਘਦੇ ਹੋਏ ਕਦੇ ਆਪਣੇ ਅੰਦਰ ਦਾ ਹੰਕਾਰ ਧੋਇਆ ਕਰੀਏ ਆਪਾਂ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੁਣ ਤੁਧ ਬਿਨ ਅਵਰ ਨਾ ਜਾਣਾ। ਕੀ ਮੈਨੂੰ ਰੱਬ ਦਿਸਦਾ ਦੂਜਿਆਂ ਚੋਂ? ਜਾਂ ਮੈਂ ਕਿਸੇ ਦੇ ਕੱਪੜੇ ਦੇਖ ਕੇ ਸਤਿਕਾਰ ਕਰਦਾ, ਜਾਂ ਮੈਂ ਆਪਣੀ ਜ਼ਾਤ ਦੇਖ ਕੇ ਸਤਿਕਾਰ ਕਰਦਾ, ਜਾਂ ਚਾਰ ਪੈਸੇ ਦੇਖ ਕੇ ਸਤਿਕਾਰ ਕਰਨਾ, ਫਿਰ ਹਜੇ ਮੈਂ ਬਹੁਤ ਦੂਰ ਹੈ। ਤਬ ਹਰ ਆਪੇ ਆਪ। ਸਤਿਗੁਰੂ ਨੇ ਘੁੱਟ ਕੇ ਗਲਵੱਕੜੀ 'ਚ ਲੈ ਲਿਆ ਭਾਈ ਨੰਦ ਲਾਲ ਸਿੰਘ ਨੂੰ। ਕਹਿਣ ਲੱਗੇ ਉਹ ਭਲਿਆ, ਤੈਨੂੰ ਬਾਹਰ ਵੀ ਰੱਬ ਦਿਸਦਾ ਹੈ, ਤੈਨੂੰ ਘਰ ਵੀ ਰੱਬ ਦਿਸਦਾ ਹੈ, ਤੈਨੂੰ ਸਾਰਿਆਂ ਤੇ ਰੱਬ ਦਿਸਦਾ ਹੈ। ਆਓ ਪਿਆਰ ਵਾਲਿਓ, ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਗੁਰੂ ਦਰ ਤੇ ਅਰਦਾਸ ਕਰੀਏ, ਸਤਿਗੁਰੂ ਅਸੀਂ ਵੀ ਤੇਰੇ ਦਰ ਨਾਲ ਜੁੜ ਜਾਈਏ, ਸਾਡੇ ਵੀ ਜੀਵਨ ਵਿੱਚ ਇਹ ਤਬਦੀਲੀ ਆ ਜਾਏ।
ਅਸੀਂ ਤੇਰੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਦਾ ਲਾਹਾ ਖੱਟ ਸਕੀਏ। ਕਬੀਰ ਸਾਹਿਬ ਦਾ ਸ਼ਲੋਕ ਸੀ, ਕਬੀਰ ਗੁਰ ਲਾਗਾ ਤਬ ਜਾਨੀਐ, ਮਿਟੈ ਮੋਹ ਤਨ ਤਾਪ, ਹਰਖ ਸੋਗ ਤਾਜੈ ਨਹੀਂ, ਤਬ ਹਰ ਆਪੇ ਆਪ। ਇੰਨੀਆਂ ਬੇਨਤੀਆਂ ਕਬੂਲ, ਭੁੱਲਾਂ ਚੁੱਕਾਂ ਨੂੰ ਮਾਫ ਕਰਨਾ। ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।